वाहिगुरु जी का खालसा वाहिगुरु जी की फतेह। सो गुरु रूप साध संगत जी, अकाल पुरख परमेश्वर की किरपा के सदका ਅਤੇ संगत टीवी के सहयोग के नाल धन गुरु नानक देव महाराज जी की पावन बाणी श्री आसा की वार जी की लड़ीवार कथा संगत टीवी के उपर। सो आप संगत नूं बेनती है कि घरां दे विच बैठ करके आसा की वार की पावन लड़ीवार कथा सरवण करके लाहे प्राप्त करिए। वाहिगुरु जी का खालसा वाहिगुरु जी की फतेह। सलोक महला पहला। गरीब नवाज साहिब गुरु नानक देव महाराज अज दे इस पावन सलोक दे अंदर जो आसीसां दे करके निवाजदे जो लड़ीवार आसा की वार की पावन बाणी आपां सरवण कर रहे हाँ। चौथे सलोक अंदर साहिब किरपा करते ने। पंजवें सलोक अंदर साहिब उस अकाल पुरख परमेश्वर की ये जितनी बनाई हुई साजी हुई सृष्टि है, इस सृष्टि के अंदर एक एक चीज़ एक एक मिट्टी का किनका जिहड़ा है वो नाच करता है। पर इस नाच तो परे एक संसार के उत्ते मनुखों के वलों भी एक नृत किया गया, एक नाच किया गया, जिस दे विच ये दिखाउण दी ये समझाउण दी कोशिश की गई कि परमात्मा इस तरह का है, उसका सरगुण स्वरूप जिहड़ा है वो इस तरह का है। भाव ये कह सकते हाँ कि लोगों ने नृत करके, रासधारियां ने रास पा करके, भेखधारियां ने भेख बना करके, बहुरूपियां ने उहदा रूप बना करके दुनिया नूं एक धर्म का रस्ता दिखाउण दी कोशिश की। जां इंज कह दईए कि एक भेख बना करके दुनिया नूं ये दसिया कि परमात्मा जिहड़ा इन्हां भेखां दे उत्ते, इन्हां पहरावियां दे उत्ते, इन्हां वेसां दे उत्ते रीझदा है। फिर उस परमात्मा ने सरगुण स्वरूप दे विच आ करके या अवतार धारण करके समय समय ते ਜਾਂ ऋषि पैगंबर रहबर देवतियां नूं अपने हुक्म दे विच थाप करके इस धरती ते भेजिया ते उन्हां ने जो कुछ संसार दे उत्ते कीता धर्म दे वाधे दे वास्ते, जां कहिए संसार नूं माड़े कम्मां तो वर्जन दे वास्ते, पाप मंद कर्मां तो हटाउण दे वास्ते, जीवन दे विच जिस तरह भी उन्हां ने विचरना कीता, जिस तरह दा जीवन जिहड़ा सी अपनाउणा कीता, ਤਾਂ ਸਮਾਂ ਪਾ ਕਰਕੇ ਜਦੋਂ ਸੰਸਾਰ ਤੋਂ ਕੂਚ ਕਰ ਗਏ, ਜਿਹਨੂੰ ਸਾਹਿਬ ਬਾਣੀ ਅੰਦਰ ਬਚਨ ਕਹਿੰਦੇ ਰਾਮ ਗਇਓ ਰਾਵਣ ਗਇਓ ਜਾਂ ਕੋ ਬਹੁ ਪਰਿਵਾਰ। ਸਾਰਾ ਕੁਛ ਜਿਹੜਾ ਭਾਵੇਂ ਰਾਮ ਹੈ ਤੇ ਭਾਵੇਂ ਰਾਵਣ ਹੈ, ਜਿਸ ਦਾ ਬਹੁਤ ਵੱਡਾ ਪਰਿਵਾਰ ਹੈ, ਉਹ ਭਾਵੇਂ ਕੋਈ ਰਹਿਬਰ ਅਵਤਾਰ ਹੈ ਤੇ ਭਾਵੇਂ ਕੋਈ ਹੋਰ ਇਸ ਤਰ੍ਹਾਂ ਸੰਸਾਰ ਦੇ ਉੱਤੇ ਨਿਰਤਕਾਰ ਹੈ। सो साहिब गरीब नवाज कहते भी इन्हां सारियां ने संसार ते आउणा कीता। उस तो बाद इन्हां दीयां कथा कहानियां जीवन बिरतांत जिहड़े सी वो वर्णन करने लोकां वल्लों शुरू कीते गए। हुण अज साहिब जी ये जिक्र करते ने कि रास धारीए रास पाउंदे ने, रास पाउंदे ने, उस रास दे विच कृष्ण दे नाल दे साथी, उस तो बाद गोपियां। ਜਦੋਂ ਅਸੀਂ ਦੇਖਦੇ ਮਥੁਰਾ ਬ੍ਰਿੰਦਾਬਨ ਦੇ ਵਿੱਚ ਜਦੋਂ ਰਾਸ ਪੈਂਦੀ ਹੈ ਤਾਂ ਉੱਥੇ ਹੋਲੀ ਦੇ ਦਿਨਾਂ ਦੇ ਵਿੱਚ ਸਾਰਿਆਂ ਤੋਂ ਵੱਡੀ ਹੋਲੀ ਵੀ ਉੱਥੇ ਹੀ ਖੇਡੀ ਜਾਂਦੀ, ਲਾਠਮਾਰ ਹੋਲੀ ਵੀ ਉਹਨੂੰ ਕਹਿੰਦੇ ਨੇ। ਸੋ ਉੱਥੇ ਆਮ ਰਾਸ ਤਾਂ ਜਿਹੜੀ ਹੈ ਉਹ ਸਮੇਂ ਸਮੇਂ 'ਤੇ ਦੁਨੀਆ 'ਚ ਪੈਂਦੀ, ਪਰ ਉੱਥੇ ਹਰ ਵਕਤ ਹੀ ਰਾਸ ਪੈਂਦੀ ਰਹਿੰਦੀ ਹੈ। ਜਦੋਂ ਕਿਤੇ ਉਹ ਸ਼ਹਿਰ ਜਾਈਏ ਥਾਂ ਥਾਂ ਦੇ ਉੱਤੇ ਤੁਹਾਨੂੰ ਪੰਡਾਲ ਲੱਗੇ ਮਿਲਣਗੇ, ਅੱਜ ਜੀ ਫਲਾਣੀ ਥਾਂ 'ਤੇ ਕ੍ਰਿਸ਼ਨ ਲੀਲਾ ਚੱਲਦੀ ਪਈ, ਕ੍ਰਿਸ਼ਨ ਰਾਸ ਚੱਲਦੀ ਪਈ, ਅੱਜ ਫਲਾਣੀ ਥਾਂ ਤੇ ਚੱਲਦੀ ਹੈ। ਇੰਜ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਵੀ ਜਦੋਂ ਇਹ ਪ੍ਰਸ਼ਨ ਰੱਖਿਆ ਗਿਆ ਤਾਂ ਸਾਹਿਬ ਕਹਿੰਦੇ ਅਸੀਂ ਐਸੀ ਰਾਸ ਨੂੰ ਕਦੀ ਵੀ ਤਵੱਜੋ ਤਰਜੀਹ ਨਹੀਂ ਦਿੰਦੇ, ਅਸੀਂ ਉਸ ਰਾਸ ਨੂੰ ਤਰਜੀਹ ਦਿੰਦੇ ਹਾਂ। ਤੁਸੀਂ ਵੇਖੋ ਤੇ ਸਹੀ, ਇਹ ਸਾਰੀ ਸ੍ਰਿਸ਼ਟੀ ਜਿਹੜੀ ਹੈ ਅੱਠੇ ਪਹਿਰ ਪਰਮਾਤਮਾ ਦੀ ਰਾਸ ਕਰਦੀ ਪਈ ਹੈ, ਲੀਲਾ ਕਰਦੀ ਪਈ ਹੈ। ਹੁਣ ਜਦੋਂ ਪੁੱਛਿਆ ਕਿ ਮਹਾਰਾਜ ਸਾਨੂੰ ਤਾਂ ਦ੍ਰਿਸ਼ਟੀ ਐਸੀ ਸਾਡੇ ਕੋਲ ਹੈ ਨਹੀਂ ਕਿ ਸਾਨੂੰ ਇਹ ਸ੍ਰਿਸ਼ਟੀ ਦਿਸੇ, ਤੇ ਬਾਕੀ ਮਹਾਰਾਜ ਰਾਸ ਪਾਉਣ ਦੇ ਵਾਸਤੇ ਤਾਂ ਕਈ ਸਰੀਰ ਚਾਹੀਦੇ ਹੁੰਦੇ ਨੇ, ਪਰ ਸ੍ਰਿਸ਼ਟੀ ਤਾਂ ਇੱਕ ਹੀ ਹੈ, ਇਹਦੇ ਵਿੱਚ ਤੇ ਦੂਜਾ ਦਿਖਾਈ ਨਹੀਂ ਦੇ ਰਿਹਾ। ਸੋ ਗਰੀਬ ਨਵਾਜ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦੇ ਇਸ ਪਾਵਨ ਸਲੋਕ ਅੰਦਰ ਸਮਝਾਉਂਦੇ, ਸਲੋਕ महला पहला।
ਘੜੀਆਂ ਸੱਬੇ ਗੋਪੀਆ ਪਹਿਰ ਕੰਨ ਗੋਪਾਲ। ਸਭ ਕਹਿੰਦੇ ਆ ਜਿਹੜੀਆਂ ਦਿਨ ਤੇ ਰਾਤ ਦੀਆਂ ਜਿਹੜੀਆਂ ਘੜੀਆਂ ਨੇ 60 ਘੜੀਆਂ ਜਿਹੜੀਆਂ ਨੇ ਉਹ ਇੱਕ ਪਹਿਰ ਦੇ ਵਿੱਚ ਮੰਨੀਆਂ ਗਈਆਂ। ਸੋ ਇੰਜ ਗਰੀਬ ਨਵਾਜ ਸਾਹਿਬ ਕਹਿੰਦੇ ਆ ਸਾਰੀਆਂ ਘੜੀਆਂ ਜਿਹੜੀਆਂ ਪਹਿਰ ਕੰਨ ਤੇ ਆ ਜਿਹੜੇ 8 ਪਹਿਰ ਨੇ ਤੇ ਘੜੀਆਂ ਜਿਹੜੀਆਂ ਨੇ ਇਹਨਾਂ ਦਾ ਜ਼ਿਕਰ ਕਰਕੇ ਸਾਹਿਬ ਕਹਿੰਦੇ ਪਹਿਰ ਕੰਨ ਗੋਪਾਲ। ਇਹ ਜਿਹੜੇ ਪਹਿਰ ਨੇ ਇਹ ਉਸ ਕੰਨ ਕ੍ਰਿਸ਼ਨ ਦੇ ਨਾਲ ਜਿਹੜੇ ਉਹਦੇ ਸਾਥੀ ਨੇ ਜਿਹੜੇ ਗਵਾਲੇ ਨੇ ਉਹਦੇ ਨਾਲ ਦੇ ਇਹ ਪਹਿਰ ਜਿਹੜੇ ਨੇ ਇਹ ਗਵਾਲਿਆਂ ਦੀ ਨਿਆਈ ਨੇ। ਤੇ ਗੋਪੀਆਂ ਕੌਣ ਨੇ ਤਾਂ ਸਾਹਿਬ ਕਹਿੰਦੇ ਘੜੀਆਂ ਸੱਭੇ ਗੋਪੀਆਂ। ਆ ਸਾਰੀਆਂ ਦਿਨ ਤੇ ਰਾਤ ਦੀਆਂ 8 ਪਹਿਰਾਂ ਵਿੱਚ ਚੱਲਣ ਵਾਲੀਆਂ ਜਿਹੜੀਆਂ ਘੜੀਆਂ ਇਹ ਸਾਰੀਆਂ ਜਿਹੜੀਆਂ ਸਖੀਆਂ ਨੇ ਇਹ ਗੋਪੀਆਂ ਦੀ ਨਿਆਈ ਹਨ। ਤੇ ਫਿਰ ਸਵਾਲ ਕੀਤਾ ਕਿ ਮਹਾਰਾਜ ਜਿਵੇਂ ਰਾਸ ਪੈਂਦੀ ਜਿਹੜੀਆਂ ਗੋਪੀਆਂ ਸਖੀਆਂ ਨੇ ਉਹ ਆਪਣੇ ਤਨ ਦੇ ਉੱਤੇ ਕਈ ਪ੍ਰਕਾਰ ਦੇ ਹਾਰ ਸ਼ਿੰਗਾਰ ਕਰਦੀਆਂ। ਪਿਛਲੇ ਸ਼ਲੋਕਾਂ ਦੇ ਅੰਦਰ ਵੀ ਆਪਾਂ ਸਾਹਿਬ ਜੀ ਦਾ ਇਹ ਬਚਨ ਪੜ੍ਹ ਕੇ ਆਏ ਸੀ ਕਿ ਬਾਜ਼ਾਰੀ ਬਾਜ਼ਾਰ ਮਹਿ ਆਏ ਕੱਢਹਿ ਬਾਜ਼ਾਰ ਗਾਵਹਿ ਰਾਜੇ ਰਾਣੀਆਂ ਬੁੱਲਹਿ ਆਲ ਪਤਾਲ ਲੱਖ ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿਤ ਤਨ ਪਾਈਐ ਨਾਨਕਾ ਸੇ ਤਨ ਹੋਵਹਿ ਸ਼ਾਰ। ਉੱਥੇ ਵੀ ਸਾਹਿਬ ਨੇ ਸਮਝਾਇਆ ਕਿ ਰਾਸ ਧਾਰੀਏ ਰਾਜੇ ਰਾਣੀਆਂ ਦੀਆਂ ਕਥਾ ਕਹਾਣੀਆਂ ਵਖਿਆਨ ਆਪਣੀਆਂ ਰਾਸਾਂ ਦੇ ਵਿੱਚ ਕਰਦੇ ਨੇ। ਇੱਥੇ ਵੀ ਸਾਹਿਬ ਜੀ ਕਹਿਣ ਲੱਗੇ ਜਦੋਂ ਪੁੱਛਿਆ ਕਿ ਮਹਾਰਾਜ ਗੋਪੀਆਂ ਤੇ ਤਨ ਤੇ ਇੰਨੇ ਸੁੰਦਰ ਸ਼ਿੰਗਾਰ ਕਰਦੀਆਂ ਨੇ ਗਵਾਲੇ ਜਿਹੜੇ ਨੇ ਉਹ ਬੇਸ਼ੱਕ ਸੋਨਾ ਆਦਿਕ ਦਾ ਸ਼ਿੰਗਾਰ ਨਹੀਂ ਕਰਦੇ ਪਰ ਉਹ ਵੀ ਉਹਨਾਂ ਨੇ ਜੋ ਕੱਪੜੇ ਪਹਿਨੇ ਨੇ ਉਹਨਾਂ ਕੱਪੜਿਆਂ ਨੂੰ ਪਹਿਨਣ ਦਾ ਤਰੀਕਾ ਹੀ ਉਹਨਾਂ ਦੇ ਤਨ ਦਾ ਸ਼ਿੰਗਾਰ ਹੁੰਦਾ। ਫਿਰ ਕ੍ਰਿਸ਼ਨ ਨੇ ਆਪਣੇ ਤਨ ਤੇ ਬੜੇ ਸ਼ਿੰਗਾਰ ਕੀਤੇ ਪਰ ਮਹਾਰਾਜ ਤੁਸੀਂ ਜਿਸ ਘੜੀਆਂ ਤੇ ਜਿੰਨਾ ਪਹਿਰਾਂ ਦੀ ਗੱਲ ਕਰਦੇ ਹੋ ਇਹਨਾਂ ਦੇ ਤਨ ਤੇ ਕਿਹੜਾ ਸ਼ਿੰਗਾਰ ਹੈ ਤਾਂ ਸਾਹਿਬ ਕਹਿਣ ਲੱਗੇ ਗਹਿਣੇ ਪਾਉਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ। ਗਹਿਣੇ ਤਨ ਤੇ ਪਹਿਨਣ ਵਾਲੇ ਗਹਿਣੇ ਤਾਂ ਸਾਹਿਬ ਕਹਿੰਦੇ ਇਹਨਾਂ ਘੜੀਆਂ ਤੇ ਇਹਨਾਂ ਪਹਿਰਾਂ ਦੇ ਸ਼ਿੰਗਾਰ ਕੀ ਹਨ। ਪਾਉਣ ਪਾਣੀ ਬੈ ਸੰਤਰ ਭਾਵ ਪਾਣੀ ਫਿਰ ਪਾਉਣ ਹਵਾ ਅਤੇ ਅੱਗ। ਸਾਡੀ ਇਸ ਧਰਤੀ ਦੇ ਉੱਤੇ ਭਾਰਤ ਦੇ ਅੰਦਰ ਜਦੋਂ ਦੇਸੀ ਮਹੀਨਿਆਂ ਦੇ ਅਨੁਸਾਰ ਆਪਾਂ ਜਦੋਂ 12 ਮਹੀਨੇ ਗਿਣਦੇ ਹਾਂ ਉਹਨਾਂ 12 ਮਹੀਨਿਆਂ ਦੇ ਵਿੱਚ 4-4 ਮਹੀਨਿਆਂ ਦੇ ਨਾਲ ਇੱਕ ਸਮਾਂ ਜਿਹੜਾ ਉਹ ਬਦਲਦਾ ਹੈ। ਪਹਿਲੇ ਜਿਹੜੇ 4 ਮਹੀਨੇ ਨੇ ਉਹਨਾਂ 4 ਮਹੀਨਿਆਂ ਦੇ ਅੰਦਰ ਚੇਤ ਵੈਸਾਖ ਜੇਠ ਹਾੜ ਉਸ ਵਕਤ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ। ਗਰਮੀ ਪੈਣ ਕਰਕੇ ਫਿਰ ਜਦੋਂ ਹਵਾ ਵਗਦੀ ਹੈ ਉਹ ਹਵਾ ਜਦੋਂ ਤਪੇ ਹੋਏ ਤਨ ਨੂੰ ਕਿਤੇ ਠੰਡੀ ਹਵਾ ਆ ਕਰਕੇ ਟਕਰਾਉਂਦੀ ਹੈ ਤੇ ਉਹ ਤਨ ਨੂੰ ਸਕੂਨ ਦਿੰਦੀ ਹੈ ਠੰਡਕ ਮਿਲਦੀ ਹੈ। ਤਾਂ ਸਾਹਿਬ ਕਹਿੰਦੇ ਇਹਨਾਂ ਪਹਿਰਾਂ ਤੇ ਘੜੀਆਂ ਦੇ ਵਿੱਚ ਗਰਮੀਆਂ ਵਾਲੇ 4 ਮਹੀਨਿਆਂ ਦੇ ਵਿੱਚ ਠੰਡੀ ਸ਼ੀਤ ਪਾਉਣ ਜਿਹੜੀ ਹੈ ਉਹ ਇਹਨਾਂ ਘੜੀਆਂ ਤੇ ਪਹਿਰਾਂ ਦਾ ਸ਼ਿੰਗਾਰ ਹੈ। ਉਸ ਤੋਂ ਬਾਅਦ ਫਿਰ ਅੱਗੇ ਆ ਹੁਣ ਬਾਰਿਸ਼ ਦੀਆਂ ਰੁੱਤਾਂ ਬਾਰਿਸ਼ ਦਾ ਮੀਂਹ ਦਾ ਮੌਸਮ ਜਿਹੜਾ ਹੈ ਇਹ ਚੱਲਣ ਲੱਗ ਪਿਆ ਸਾਉਣ ਭਾਦੋਂ ਵਾਦਕ। ਇਹ 4 ਮਹੀਨੇ ਜਿਹੜੇ ਨੇ ਸਾਉਣ ਭਾਦੋਂ ਤੇ ਅਗਲੇ ਇਹਨਾਂ 4 ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਬਾਰਿਸ਼ਾਂ ਹੋ ਰਹੀਆਂ ਨੇ ਤਾਂ ਇਹਨੂੰ ਸਾਹਿਬ ਕਹਿੰਦੇ ਪਾਣੀ। ਇਹ ਪਾਣੀ ਜਿਹੜਾ ਹੈ ਇਹਨਾਂ ਘੜੀਆਂ ਤੇ ਪਹਿਰਾਂ ਦਾ ਸ਼ਿੰਗਾਰ ਬਣਦਾ ਹੈ ਕਿਉਂਕਿ ਇਹਨਾਂ ਮਹੀਨਿਆਂ ਦੇ ਅੰਦਰ ਵੀ ਫਿਰ ਗਰਮੀ ਖਤਮ ਹੋ ਜਾਂਦੀ ਤੇ ਇੰਨਾ ਸੋਹਣਾ ਹਰਿਆਲੀ ਭਰਿਆ ਹੋਇਆ ਮੌਸਮ ਆਸਮਾਨ ਦੇ ਵਿੱਚ ਬੱਦਲਾਂ ਦੇ ਵਿੱਚੋਂ ਡਿੱਗਦੀਆਂ ਹੋਈਆਂ ਪਾਣੀ ਦੀਆਂ ਬੂੰਦਾਂ ਮਨੁੱਖੀ ਮਨ ਨੂੰ ਖੇੜਾ ਮਨੁੱਖੀ ਮਨ ਨੂੰ ਖੁਸ਼ੀ ਮਨੁੱਖੀ ਤਨ ਨੂੰ ਇੱਕ ਸਕੂਨ ਦਿੰਦੀਆਂ। ਉਸ ਤੋਂ ਅੱਗੇ ਜਦੋਂ ਸਿਆਲ ਦੀਆਂ ਰੁੱਤਾਂ ਸ਼ੁਰੂ ਹੋ ਜਾਂਦੀਆਂ ਨੇ ਮੱਘਰ ਪੋਹ ਮਾਘ ਫੱਗਣ ਇਹਨਾਂ 4 ਮਹੀਨਿਆਂ ਦੇ ਅੰਦਰ ਬਹੁਤ ਜ਼ਿਆਦਾ ਜਦੋਂ ਕੱਕਰ ਪੈਂਦਾ ਪਾਲਾ ਵਰਸਦਾ ਧੁੰਦ ਪੈਂਦੀ ਬਰਫ਼ ਪੈਂਦੀ ਹੈ ਬਹੁਤ ਜ਼ਿਆਦਾ ਜਾਡਾ ਜਿਹਨੂੰ ਅਸੀਂ ਕਹੀਏ ਸਰੀਰ ਨੂੰ ਠੰਡ ਵਿਆਪਦੀ ਹੈ। ਉਸ ਵਕਤ ਅੱਗ ਜਿਹੜੀ ਹੈ ਸਾਡੇ ਸਰੀਰ ਨੂੰ ਨਿੱਘ ਦਿੰਦੀ। ਉਸ ਵਕਤ ਫਿਰ ਇਹਨਾਂ ਘੜੀਆਂ ਤੇ ਇਹਨਾਂ ਪਹਿਰਾਂ ਦਾ ਸ਼ਿੰਗਾਰ ਕੀ ਬਣਦਾ ਬੈ ਸੰਤਰ ਅੱਗ ਜਿਹੜੀ ਇਹਨਾਂ ਦਾ ਸ਼ਿੰਗਾਰ ਬਣਦੀ। ਸੋ ਸਾਹਿਬ ਕਹਿਣ ਲੱਗੇ ਇਸ ਘੜੀਆਂ ਤੇ ਪਹਿਰਾਂ ਦਾ ਪਾਉਣ ਹਵਾ ਪਾਣੀ ਅਤੇ ਅੱਗ ਇਹ ਸ਼ਿੰਗਾਰ ਹਨ। ਚੰਦ ਸੂਰਜ ਅਵਤਾਰ ਚੰਦ ਅਤੇ ਸੂਰਜ ਇਹ ਅਵਤਾਰਾਂ ਦੀ ਨਿਆਈ ਹਨ ਭਾਵ ਸੂਰਜ ਨੂੰ ਕ੍ਰਿਸ਼ਨ ਦਾ ਰੂਪ ਕਿਹਾ ਤੇ ਚੰਦ ਉਹਦੇ ਨਾਲ ਜੋ ਕ੍ਰਿਸ਼ਨ ਦੇ ਨਾਲ ਰਾਧਿਕਾ ਹੈ ਭਾਵ ਸਾਹਿਬ ਜੀ ਕਹਿੰਦੇ ਜਿਵੇਂ ਸੂਰਜ ਦੇ ਇਰਦ ਗਿਰਦ ਸਾਰੀਆਂ ਰੁੱਤਾਂ ਘੁੰਮਦੀਆਂ ਪਈਆਂ ਨੇ ਤੇ ਦ੍ਰਿਸ਼ਟਾਂਤ ਦੇਣ ਦਾ ਭਾਵ ਕਿ ਜਿਵੇਂ ਕ੍ਰਿਸ਼ਨ ਦੇ ਇਰਦ ਗਿਰਦ ਸਾਰੀਆਂ ਗੋਪੀਆਂ ਘੁੰਮਦੀਆਂ ਨੇ
सारे गवाले जिहड़े ਉਹ कृष्ण ਦੇ ਆਲੇ ਦੁਆਲੇ ਘੁੰਮਦੇ ਨੇ। ਇਸੇ ਤਰ੍ਹਾਂ ਇਹਨਾਂ 8 ਪਹਿਰਾਂ ਤੇ ਘੜੀਆਂ ਦੇ ਵਿੱਚ ਸੂਰਜ ਅਵਤਾਰ ਹੈ, ਉਸ ਕ੍ਰਿਸ਼ਨ ਦੀ ਨਿਆਈ ਹੈ, ਤੇ ਚੰਦ ਰੂਪੀ ਰਾਧਿਕਾ ਵੀ ਉਹਦੇ ਇਰਦ ਗਿਰਦ ਹੈ, ਤੇ ਘੜੀਆਂ, ਇਹ ਪਹਿਰਾਂ, ਇਹ ਥਿੱਤਾਂ, ਇਹ ਸਾਰਾ ਕੁਝ ਜਿਹੜਾ ਸੂਰਜ ਦੇ ਇਰਦ ਗਿਰਦ ਘੁੰਮਦਾ ਹੈ, ਜਿਹਨੂੰ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਸੂਰਜ ਏਕੋ ਰੁੱਤ ਅਨੇਕ। ਸੂਰਜ ਇੱਕੋ ਹੀ ਹੈ ਪਰ ਰੁੱਤਾਂ ਅਨੇਕਾਂ ਨੇ, ਪਰ ਸਾਰੀਆਂ ਘੁੰਮਦੀਆਂ ਜਿਹੜੀਆਂ ਨੇ ਉਹ ਸੂਰਜ ਦੇ ਇਰਦ ਗਿਰਦ। ਕਦੀ ਨਹੀਂ ਆਪਾਂ ਕਵਾਂਗੇ ਚੰਦਰਮਾ ਦੇ ਹਿਸਾਬ ਨਾਲ ਸਾਉਣ ਦਾ ਮਹੀਨਾ ਆ ਗਿਆ, ਚੰਦਰਮਾ ਦੇ ਹਿਸਾਬ ਨਾਲ ਫਲਾਣੀ ਰੁੱਤ ਆ ਗਈ ਹੈ, ਚੰਦਰਮਾ ਦੇ ਹਿਸਾਬ ਨਾਲ ਫਲਾਣਾ ਮੌਸਮ ਆ ਗਿਆ। ਆਪਾਂ ਸੂਰਜ ਦੀਆਂ ਰੁੱਤਾਂ ਦੇ ਹਿਸਾਬ ਦੇ ਨਾਲ ਇਸ ਧਰਤੀ ਦੇ ਉੱਤੇ ਚੱਲਦੇ ਹਾਂ। ਸੋ ਇਸ ਲਈ ਸਾਹਿਬ ਕਹਿੰਦੇ ਸੂਰਜ ਉਸ ਕ੍ਰਿਸ਼ਨ ਦੀ ਨਿਆਈ ਕਹਿ ਕਰਕੇ ਸਾਹਿਬ ਕਹਿੰਦੇ ਇਸ ਧਰਤੀ ਦੇ ਵਿੱਚ ਦੇਖੋ ਤਾਂ ਸਹੀ ਕਿਤਨੀ ਸੋਹਣੀ ਰਾਸ ਜਿਹੜੀ ਉਹ ਅਕਾਲ ਪੁਰਖ ਪਰਮੇਸ਼ਰ ਵੱਲੋਂ ਪੈਂਦੀ ਹੈ। ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ। ਫਿਰ ਸਾਹਿਬ ਕਹਿੰਦੇ ਜਿਵੇਂ ਇੱਕ ਰਾਸ ਪਾਉਣ ਲੱਗਿਆ ਆਪਾਂ ਅੱਜ ਵੀ ਜਦੋਂ ਦੇਖਦੇ ਹਾਂ ਤੇ ਇੱਕ ਸਟੇਜ ਲਾਈ ਜਾਂਦੀ ਹੈ, ਉਸ ਸਟੇਜ ਦੇ ਉੱਤੇ ਜਿਹੜੇ ਉਹ ਨਿਰਤ ਕਰਨ ਵਾਲੇ ਰਾਸ ਪਾਉਣ ਵਾਲੇ ਉਹ ਉੱਚੇ ਹੋ ਕਰਕੇ ਖੜੇ ਨੇ ਉਸ ਸਟੇਜ ਦੇ ਉੱਤੇ। ਬਾਕੀ ਆਮ ਪਬਲਿਕ ਜਿਹੜੀ ਉਹ ਸਾਰੀ ਨੀਵੀਂ ਬੈਠ ਕਰਕੇ ਦੇਖ ਰਹੀ ਹੈ। ਇੱਕ ਸਟੇਜ ਲੱਗੀ ਤਾਂ ਸਾਹਿਬ ਕਹਿੰਦੇ ਇੱਥੇ ਕਿਹੜੀ ਸਟੇਜ ਹੈ? ਤਾਂ ਦਾਤਾ ਜੀ ਕਹਿੰਦੇ ਸਗਲੀ ਧਰਤੀ, ਆ ਸਾਰੀ ਧਰਤੀ ਜਿਹੜੀ ਇੱਕ ਸਟੇਜ ਦੀ ਨਿਆਈ ਹੈ। ਫਿਰ ਸਰੋਤੇ ਕਿਹੜੇ ਹਨ? ਮਾਲ ਧਨ, ਆ ਜਿਤਨਾ ਕੁਛ ਧਰਤੀ ਦੇ ਉੱਤੇ ਦਿਖਾਈ ਦੇ ਰਿਹਾ ਇਹ ਸਾਰੇ ਉਹਨਾਂ ਰੁੱਤਾਂ ਨੂੰ ਵੇਖਣ ਵਾਲੇ ਹੀ ਤੇ ਹਨ, ਉਸ ਰਾਸ ਨੂੰ ਵੇਖਣ ਵਾਲੇ ਹੀ ਹਾਂ ਆਪਾਂ। ਭਾਵੇਂ ਆਪਾਂ ਹਾਂ, ਭਾਵੇਂ ਪਸ਼ੂ ਨੇ, ਭਾਵੇਂ ਪੰਛੀ ਨੇ, ਇਹ ਸਾਰਾ ਕੁਛ ਜਿਹੜਾ ਹੈ ਉਸ ਪਰਮਾਤਮਾ ਦੇ ਇਹਨਾਂ 8 ਪਹਿਰਾਂ ਨੂੰ ਦੇਖ ਰਿਹਾ। ਕੋਈ ਕਹਿ ਸਕਦਾ ਮੇਰਾ ਜੀਵਨ ਜਿਹੜਾ 8 ਪਹਿਰਾਂ ਤੋਂ ਅਗਾਂਹ ਜਾਂ ਪਿਛਾਂਹ ਹੋ ਕਰਕੇ ਚੱਲਦਾ, 8 ਪਹਿਰਾਂ ਦੇ ਵਿੱਚ ਹੀ ਸਾਡਾ ਜੰਮਣਾ ਹੈ, 8 ਪਹਿਰਾਂ ਦੇ ਵਿੱਚ ਹੀ ਸਾਡਾ ਮਰਨਾ ਹੈ। ਕੋਈ ਦਿਨੇ ਜੰਮਦਾ ਹੈ, ਕੋਈ ਰਾਤ ਨੂੰ ਪੈਦਾ ਹੁੰਦਾ ਹੈ, ਕੋਈ ਦੁਪਹਿਰ ਨੂੰ ਪੈਦਾ ਹੁੰਦਾ ਹੈ, ਕੋਈ ਸ਼ਾਮ ਨੂੰ ਪੈਦਾ ਹੁੰਦਾ ਹੈ। ਪਰ ਕਦੀ ਕੋਈ ਐਸਾ ਮਨੁੱਖ ਮਿਲਿਆ ਜਿਹੜਾ 7 ਦਿਨਾਂ ਤੋਂ ਅਗਾਂਹ ਪਿਛਾਂਹ? ਕਦੀ ਕੋਈ ਬੰਦਾ ਕਹਿ ਸਕਦਾ ਵੀ ਜਿਹੜੇ ਹਫਤੇ ਦੇ 7 ਦਿਨ ਨੇ, ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰ, ਸ਼ੁੱਕਰ, ਸ਼ਨੀ, ਇਹਨਾਂ 7 ਦਿਨਾਂ ਤੋਂ ਬਾਅਦ ਮੇਰਾ ਜਨਮ ਹੈ, ਇਹਨਾਂ 7 ਦਿਨਾਂ ਦੇ ਵਿੱਚ ਹੀ ਹੈ। ਜਦੋਂ ਆਪਾਂ ਆਪਦੀ ਕਿਤੇ ਡੇਟ ਆਫ ਬਰਥ ਦੱਸਦੇ ਹਾਂ ਤੇ ਆਪਾਂ ਦੱਸਦੇ ਹਾਂ ਵੀ ਫਲਾਣਾ ਦਿਨ, ਫਿਰ ਆਪਾਂ ਮਹੀਨਿਆਂ ਦੇ ਮੁਤਾਬਕ ਚੱਲਦੇ ਹਾਂ। ਕਦੀ ਅਸੀਂ ਇਹ ਨਹੀਂ ਕਿਹਾ 12 ਮਹੀਨਿਆਂ ਤੋਂ ਬਾਅਦ ਦਿਨ ਆਇਆ ਸੀਗਾ ਉਹਦੇ 'ਚ ਮੇਰਾ ਜਨਮ ਹੈ, ਜਾਂ ਅਸੀਂ ਇਹ ਕਹਿ ਦਈਏ 8 ਪਹਿਰਾਂ ਤੋਂ ਬਾਅਦ। ਸਾਡੇ ਜਨਮ ਦੇ ਨਾਲ ਦਿਨ ਤੇ ਰਾਤ ਜੁੜੇ ਹੈ, ਤੇ ਦਿਨ ਤੇ ਰਾਤ ਦੇ ਵਿੱਚ 8 ਪਹਿਰ ਜਿਹੜੇ ਉਹ ਜ਼ਰੂਰ ਜੁੜੇ ਹੋਏ ਹਨ। ਘੜੀਆਂ ਜੁੜੀਆਂ ਨੇ, ਖਿਨ ਪਾਲ ਚਸੇ ਜੁੜੇ ਹਨ। ਇਸ ਲਈ ਕਿ ਸਾਹਿਬ ਕਹਿੰਦੇ ਸਗਲੀ ਧਰਤੀ, ਸਾਰੀ ਧਰਤੀ ਤੇ ਧਰਤੀ ਦੇ ਉੱਤੇ ਵਿਚਰਦਾ ਹੋਇਆ ਮਾਲ ਧਨ ਵਰਤਨ ਸਰਬ ਜੰਜਾਲ, ਇਹ ਸਾਰਾ ਕੁਝ ਜੋ ਜੰਜਾਲ ਉਸ ਅਕਾਲ ਪੁਰਖ ਪਰਮੇਸ਼ਰ ਨੇ ਪੈਦਾ ਕੀਤਾ ਹੈ। ਫਿਰ ਵਰਤਨ ਸਰਬ, ਇਹ ਸਾਰਾ ਕੁਝ ਜਿਹੜਾ ਉਹਦੇ ਹੁਕਮ ਦੇ ਅੰਦਰ ਵਰਤਦਾ ਪਿਆ ਤੇ ਸਾਰਾ ਕੁਝ ਜਿਹੜਾ ਹੈ ਉਸ ਰਾਸ ਦਾ ਹਿੱਸਾ ਬਣਦਾ ਪਿਆ। ਜਿਵੇਂ ਮੈਂ ਕਹਾਂ ਕੋਈ ਰਾਸ, ਕੋਈ ਨਾਟਕ ਖੇਡਿਆ ਜਾ ਰਿਹਾ ਹੋਵੇ, ਹੁਣ ਉਹਦੇ ਵਿੱਚ ਹਰ ਇੱਕ ਚੀਜ਼ ਜਿਹੜੀ ਹੈ ਉਹਦਾ ਹਿੱਸਾ ਹੈ। ਭਾਵੇਂ ਦੇਖਣ ਵਾਲੇ ਨੇ ਉਹ ਵੀ ਉਹਦਾ ਹਿੱਸਾ ਨੇ। ਹੁਣ ਜੇ ਦੇਖਣ ਵਾਲੇ ਨਾ ਹੋਣ ਤੇ ਤੁਸੀਂ ਸੋਚ ਕੇ ਦੇਖੋ ਵੀ ਜਿਹੜੇ ਉਸ ਰਾਸ ਨੂੰ ਪਾ ਰਹੇ ਨੇ ਉਹਨਾਂ ਨੂੰ ਬਹੁਤ ਮੁਸ਼ਕਲ ਹੋ ਜਾਏਗੀ। ਕਿਉਂਕਿ ਕਈ ਦਫਾ ਜਿਹੜਾ ਵਕਤਾ ਹੈ ਉਹ ਆਮ ਸ਼ਬਦ ਕਹਿੰਦਾ ਹੈ ਕਿ ਮੈਂ ਤਾਂ ਕੁਛ ਬੋਲਾਂਗਾ ਜੇ ਮੇਰੇ ਸਾਹਮਣੇ 4 ਸਰੋਤੇ ਹੋਣਗੇ। ਨਾਟਕ ਕਰਨ ਵਾਲਾ ਕਹਿੰਦਾ ਜੇ ਪਬਲਿਕ ਹੋਏਗੀ ਅਸੀਂ ਤਾਂ ਨਾਟਕ ਖੇਡਾਂਗੇ, ਤਾਂ ਕੁਛ ਕਰਾਂਗੇ। ਸੋ ਇਸ ਤਰ੍ਹਾਂ ਉਹ ਦੇਖਣ ਵਾਲੇ ਵੀ ਉਹਦਾ ਹਿੱਸਾ ਨੇ। ਫਿਰ ਵਰਤੀ ਜਾਣ ਵਾਲੀ ਇੱਕ ਇੱਕ ਚੀਜ਼, ਭਾਵੇਂ ਉਹਨਾਂ ਦੇ ਤਨ ਤੇ ਪਹਿਨੇ ਹੋਏ ਕੱਪੜੇ ਨੇ, ਭਾਵੇਂ ਉਹਨਾਂ ਦੇ ਪੈਰਾਂ 'ਚ ਪਾਏ ਹੋਏ ਜੋੜੇ ਨੇ, ਭਾਵੇਂ ਪਹਿਨੇ ਹੋਏ ਗਹਿਣੇ ਨੇ, ਭਾਵੇਂ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਹਾਰ ਸ਼ਿੰਗਾਰ ਹੋਣ, ਜਾਂ ਇੰਜ ਅੱਜ ਦੀ ਤਕਨੀਕੀ ਸਾਧਨ ਨਾਲ ਕਹਾਂ ਤਾਂ ਜਦੋਂ ਕੋਈ ਨਾਟਕ ਖੇਡਿਆ ਜਾਂਦਾ, ਭਾਵੇਂ ਉੱਥੇ ਮਾਈਕ ਲੱਗਾ ਹੋਵੇ, ਭਾਵੇਂ ਉੱਥੇ ਕੋਈ ਪੱਖਾ ਲੱਗਾ ਹੋਵੇ, ਭਾਵੇਂ ਕੋਈ ਚਾਦਰ ਹੀ ਵਿਛੀ ਹੋਵੇ, ਹਰ ਇੱਕ ਚੀਜ਼ ਕਹਿਣ ਦਾ ਭਾਵ ਕਿ ਉਸ ਰਾਸ ਦਾ, ਉਸ ਨਿਰਤ ਦਾ, ਉਸ ਨਾਟਕ ਦਾ ਹਿੱਸਾ ਹੈ। ਇਸ ਲਈ ਸਾਹਿਬ ਕਹਿੰਦੇ ਸਾਰਾ ਜੰਜਾਲ ਜਿਹੜਾ ਹੈ ਇਹ ਧਰਤੀ ਦੇ ਉੱਤੇ ਜਿਹੜਾ ਪਸਰ ਰਿਹਾ ਇਹ ਸਾਰਾ ਉਹਦੀ ਰਾਸ ਦਾ ਹਿੱਸਾ ਹੈ। ਪਰ ਸਾਹਿਬ ਬਚਨ ਕਰਦੇ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਿਆ ਜਮਕਾਲ। ਪਰ ਗਿਆਨ ਤੋਂ ਵਿਹੂਣੀ ਹੋ ਕਰਕੇ ਇਹ ਸ੍ਰਿਸ਼ਟੀ ਕੇਵਲ ਬਾਹਰੀ ਰਾਸ ਤੱਕ ਸੀਮਿਤ ਰਹਿ ਗਈ। ਸਾਹਿਬ ਸਮਝਾਉਂਦੇ ਇਹ ਹੈ ਕਿ ਤੁਸੀਂ ਕ੍ਰਿਸ਼ਨ ਜਾਂ ਹੋਰ ਅਵਤਾਰਾਂ ਦੀਆਂ ਰਾਸਾਂ, ਉਹਨਾਂ ਦੀਆਂ ਲੀਲਾ ਪਾ ਕੇ
ਦੁਨੀਆ ਨੂੰ ਇੱਕ ਧਰਮ ਦਾ ਉਪਦੇਸ਼ ਦੇਣ ਵਾਸਤੇ ਤੁਰ ਪਏ ਵੀ ਉਹ ਅਵਤਾਰ ਇਸ ਤਰ੍ਹਾਂ ਦੇ ਸਨ, ਉਹ ਸੰਸਾਰ ਦੇ ਉੱਤੇ ਇੰਜ ਕਰਦੇ ਸਨ। ਹਾਲਾਂਕਿ ਜੋ ਕੁਝ ਵੀ ਕੀਤਾ ਗਿਆ ਉਹਦੇ ਵਿੱਚ ਮਾਫ ਕਰਿਓ ਸੰਸਾਰ ਦਾ ਭਲਾ ਜਿਹੜਾ ਉਹ ਬਹੁਤ ਘੱਟ ਹੋਇਆ। ਹਾਂ, ਸੰਸਾਰ ਨੂੰ ਇੱਕ ਐਸੇ ਕਾਮ ਵਾਲੀ ਬਿਰਤੀ ਜ਼ਰੂਰ ਦੇ ਦਿੱਤੀ ਗਈ ਕਿ ਤੁਸੀਂ ਵੀ ਇਹ ਸਾਰਾ ਕੁਝ ਜਿਹੜਾ ਉਹ ਕਰ ਸਕਦੇ ਹੋ, ਤੁਸੀਂ ਵੀ ਇਹਨਾਂ ਭੋਗਾਂ ਨੂੰ ਭੋਗ ਸਕਦੇ ਹੋ, ਤੁਸੀਂ ਵੀ ਇੱਕ ਰਾਸ ਦੇ ਨਾਂ ਉੱਤੇ ਆਪਣੇ ਅੰਦਰ ਦੀ ਕਾਮ ਚੇਸ਼ਟਾ, ਆਪਣੇ ਅੰਦਰ ਦੀ ਵਾਸ਼ਨਾ ਜਿਹੜੀ ਉਹਨੂੰ ਪੂਰੀਆਂ ਕਰ ਸਕਦੇ ਹੋ। ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਦੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਮਥੁਰਾ ਵਾਲੇ ਪਾਸੇ ਗਏ, ਰਾਸ ਪੈਂਦੀਆਂ ਸਨ, ਤੇ ਗਰੀਬ ਨਵਾਜ ਸਾਹਿਬ ਜੀ ਨੂੰ ਜਦੋਂ ਦੇਖਿਆ ਤੇ ਕਹਿਣ ਲੱਗੇ ਤੁਸੀਂ ਵੀ ਹਿੱਸਾ ਬਣੋ। ਦੇਖੋ ਤਾਂ ਸਾਹਿਬ ਨੇ ਉੱਥੇ ਬਚਨ ਕਿਹਾ ਸੀ ਕਿ ਤੁਸੀਂ ਇਹ ਕਰ ਕੀ ਰਹੇ ਹੋ? ਕਹਿੰਦੇ ਨਾ ਜੀ, ਇਹ ਤਾਂ ਕ੍ਰਿਸ਼ਨ ਜੀ ਨੇ ਕੀਤਾ, ਅਸੀਂ ਤੇ ਕੇਵਲ ਉਹਨਾਂ ਦੀ ਰਾਸ ਜਿਹੜੀ ਹੈ ਉਹ ਦੁਨੀਆ ਦੇ ਸਾਹਮਣੇ ਰੱਖਦੇ ਪਏ ਹਾਂ ਕਿ ਉਹ ਇੰਜ ਕਰਦੇ ਸੀ। ਸਾਹਿਬ ਕਹਿੰਦੇ ਉਹਨਾਂ ਦਾ ਲੈਵਲ ਜੇ ਦੇਖਿਆ ਜਾਏ, ਉਹਨਾਂ ਦੀ ਬਿਰਤੀ ਦੇਖੀ ਜਾਏ, ਉਹ ਇਸ ਰਾਸ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਕਾਮ ਤੋਂ ਨਿਰਲੇਪ, ਵਾਸ਼ਨਾ ਤੋਂ ਨਿਰਲੇਪ ਹੋਵਣਗੇ। ਪਰ ਤੁਸੀਂ ਕੀ ਕਰਦੇ ਪਏ ਹੋ? ਰੂਪ ਭੇਖ ਕ੍ਰਿਸ਼ਨ ਦਾ ਧਾਰਨ ਕਰਕੇ ਇਹਨਾਂ ਧੀਆਂ ਬੱਚੀਆਂ ਨੂੰ ਤੁਸੀਂ ਸਖੀਆਂ ਬਣਾ ਕਰਕੇ ਤੁਸੀਂ ਰਾਸ ਨਹੀਂ ਪਾਉਂਦੇ, ਤੁਸੀਂ ਤੇ ਆਪਣੇ ਅੰਦਰ ਦੀਆਂ ਵਾਸ਼ਨਾ ਭੋਗਦੇ ਪਏ ਹੋ। ਦੁਨੀਆ ਦੇ ਸਾਹਮਣੇ ਤੁਸੀਂ ਰਾਸ ਸ਼ਬਦ ਕਹਿ ਰਹੇ ਹੋ ਕਿ ਅਸੀਂ ਲੀਲਾ ਕਰਦੇ ਹਾਂ, ਭੋਗਦੇ ਤੁਸੀਂ ਵਾਸ਼ਨਾ ਪਏ ਹੋ, ਆਪਣੇ ਅੰਦਰ ਦੀਆਂ ਕਾਮ ਭੋਗਦੇ ਪਏ ਹੋ। ਇਸ ਲਈ ਸਾਹਿਬ ਕਹਿੰਦੇ ਨਾਨਕ ਮੁਸੈ ਗਿਆਨ ਵਿਹੂਣੀ, ਇਹ ਗਿਆਨ ਤੋਂ ਖਾਲੀ ਜਿਹੜੀ ਸ੍ਰਿਸ਼ਟੀ, ਖਾਲੀ ਜਿਹੜੇ ਲੋਕ ਜਿਹੜੇ ਕੇਵਲ ਨਿਰਤ ਤੱਕ ਸੀਮਤ ਰਹਿ ਗਏ, ਜੋ ਧਰਮ ਦੇ ਪਹਿਰਾਵੇ ਦੇ ਦੁਆਰਾ ਲੋਕਾਂ ਨੂੰ ਸਮਝਾਉਣ ਤੇ ਤੁਰ ਪਏ, ਜਿਨ੍ਹਾਂ ਦੇ ਅੰਦਰ ਜਿਹੜੇ ਸਨ ਉਹ ਬਿਲਕੁਲ ਖਾਲੀ, ਗਿਆਨ ਤੋਂ ਵਿਹੂਣੇ, ਖਾਏ ਗਿਆ ਜਮਕਾਲ। ਇਹਨਾਂ ਨੂੰ ਜਮਕਾਲ, ਉਹ ਧਰਮਰਾਜ ਦੇ ਦੂਤ, ਉਹ ਜਮ, ਉਹ ਮੌਤ ਜਿਹੜੀ ਉਹ ਖਾ ਗਈ ਹੈ। ਭਾਵ ਇਸ ਜੀਵਨ ਦੇ ਵਿੱਚ ਕੇਵਲ ਆਡੰਬਰ ਤੋਂ ਬਾਅਦ ਇਹਨਾਂ ਨੂੰ ਕੁਛ ਨਾ ਪ੍ਰਾਪਤ ਹੋ ਸਕਿਆ। ਧਰਮ ਦਾ ਆਡੰਬਰ ਕੀਤਾ ਪਰ ਧਰਮ ਪ੍ਰਾਪਤ ਨਾ ਹੋ ਸਕੇ। ਇਸ ਲਈ ਸਾਹਿਬ ਕਹਿੰਦੇ ਸੰਸਾਰ ਤੋਂ ਜਦੋਂ ਗਏ, ਖਾਏ ਗਿਆ ਜਮਕਾਲ, ਉਹ ਜਮ ਵੀ ਇਹਨਾਂ ਨੂੰ ਦੁੱਖ ਦਿੱਤਾ, ਉਹ ਵੀ ਇਹਨਾਂ ਨੂੰ ਕੋਹ ਕੇ ਖਾ ਗਏ ਸਜ਼ਾਵਾਂ ਦੇ ਕਰਕੇ। ਕਿਉਂਕਿ ਜਦੋਂ ਬਹੁਤ ਜ਼ਿਆਦਾ ਦੁੱਖ ਮਿਲਦਾ ਹੈ ਨਾ, ਤੇ ਆਪਾਂ ਪੰਜਾਬੀ 'ਚ ਇੱਕ ਸ਼ਬਦ ਕਹਿੰਦੇ ਹੁੰਦੇ ਆ, ਕੋਈ ਬੰਦਾ ਸਾਨੂੰ ਬੜਾ ਦੁੱਖ ਦਿੰਦਾ ਹੋਵੇ ਤੇ ਆਪਾਂ ਗੱਲ ਕਹਿੰਦੇ ਉਹ ਤੇ ਮੈਨੂੰ ਖਾ ਗਿਆ, ਆਮ ਹੀ ਸ਼ਬਦ ਕਹਿ ਦਿੰਦੇ। ਕੋਈ ਬੰਦਾ ਬਹੁਤ ਜ਼ਿਆਦਾ ਸਾਨੂੰ ਮਾਇਆ ਦੇ ਪੱਖ ਤੋਂ ਵਾਰ-ਵਾਰ ਸਾਡੇ ਤੋਂ ਧਨ ਲੈਂਦਾ ਰਵੇ, ਆਪਾਂ ਕਹਿੰਦੇ ਉਹ ਤੇ ਮੈਨੂੰ ਖਾ ਗਿਆ। ਕੋਈ ਵਾਰ-ਵਾਰ ਦੁੱਖ ਦਵੇ, ਸ਼ਬਦਾਂ ਦੇ ਨਾਲ ਦੁੱਖ ਦਵੇ, ਆਪਾਂ ਕਹਿੰਦੇ ਉਹ ਤੇ ਮੈਨੂੰ ਖਾ ਗਿਆ ਬੁਰੀ ਤਰ੍ਹਾਂ। ਹਾਲਾਂਕਿ ਸਰੀਰ ਸਾਡਾ ਸਹੀ ਸਲਾਮਤੀ ਹੈ, ਉਹਨੇ ਕੋਈ ਸਾਡੇ ਸਰੀਰ ਨੂੰ ਦੰਦੀਆਂ ਨਹੀਂ ਵੱਢ ਲਈਆਂ, ਕੋਈ ਸਾਡਾ ਮਾਸ ਨਹੀਂ ਤੋੜ ਕੇ ਖਾ ਲਿਆ, ਪਰ ਆਪਾਂ ਸ਼ਬਦ ਕਹਿੰਦੇ ਫਲਾਣਾ ਤਾਂ ਮੈਨੂੰ ਖਾ ਗਿਆ। ਇਸ ਲਈ ਜਿਹੜੇ ਜਮ ਨੇ ਉਹ ਜਦੋਂ ਸਾਨੂੰ ਦੁੱਖ ਦਿੰਦੇ ਨੇ, ਤਾੜਨਾ ਦਿੰਦੇ ਨੇ, ਤਸੀਹੇ ਦਿੰਦੇ ਨੇ, ਮਾਰਾਂ ਪੈਂਦੀਆਂ ਨੇ ਉਸ ਰਸਤੇ ਦੇ ਉੱਤੇ, ਜਿਹਨੂੰ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਹ ਮਾਰਗ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ। ਜਿਹ ਪੈਂਡੈ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਜਿਸ ਰਸਤੇ ਦੇ ਉੱਤੇ ਹਨੇਰਾ, ਜਿਸ ਰਸਤੇ ਦੇ ਕੋਹ ਮੀਲ ਗਿਣੇ ਨਹੀਂ ਜਾ ਸਕਦੇ, ਉੱਥੇ ਕੇਵਲ ਨਾਮ ਤੇਰਾ ਸਹਾਇਕ ਹੈ। ਜਿੱਥੇ ਕੇਵਲ ਮਾਰ ਹੀ ਮਾਰ ਪਵੇਗੀ, ਉੱਥੇ ਤੈਨੂੰ ਛਡਾਉਣ ਵਾਲਾ ਪਰਮਾਤਮਾ ਦਾ ਨਾਮ ਹੈ। ਤਾਂ ਸਾਹਿਬ ਕਹਿੰਦੇ ਗਿਆਨ ਵਿਹੂਣੀ, ਗਿਆਨ ਤੋਂ ਸਖਣੀ ਇਹ ਸ੍ਰਿਸ਼ਟੀ ਤੇ ਰਾਸ ਪਾਉਣ ਵਾਲੀਆਂ ਇਹ ਗੋਪੀਆਂ, ਇਹ ਬਾਹਰੀ ਤੌਰ ਤੇ ਜਿਹੜੇ ਸਨ, ਇਹ ਸਾਰੇ ਜਿਹੜੇ ਹਨ ਇਹਨਾਂ ਨੂੰ ਖਾਏ ਗਿਆ ਜਮਕਾਲ, ਜਮ ਖਾ ਗਿਆ ਦੁੱਖ ਦੇ ਕਰਕੇ। ਤਾਂ ਸਾਹਿਬ ਜੀ ਨੇ ਇਸ ਸ਼ਲੋਕ ਅੰਦਰ ਇਹ ਸਮਝਾਇਆ ਪਰਮਾਤਮਾ ਬਹੁਤ ਸੂਖਮ ਰੂਪ ਦੇ ਅੰਦਰ ਅੱਠੇ ਪੈਰ ਰਾਸ ਪਾ ਰਿਹਾ। ਤੁਸੀਂ ਕਿਹੜੀਆਂ ਰਾਸਾਂ ਦੇ ਵਿੱਚ ਜੁੜ ਗਏ ਹੋ? ਆਹ ਕੁਛ ਨਾ ਵੇਖੋ, ਜੇ ਵੇਖਣਾ ਤੇ ਪਰਮਾਤਮਾ ਦੀ ਜਿਹੜੀ ਸਾਰੀ ਸ੍ਰਿਸ਼ਟੀ ਤੇ ਪੈਂਦੀ ਹੋਈ ਰਾਸ, ਇਹ ਖੇਡਿਆ ਜਾ ਰਿਹਾ ਨਾਟਕ, ਖੇਡਿਆ ਕੀਤਾ ਜਾ ਰਿਹਾ ਨ੍ਰਿਤ ਜਿਹੜਾ, ਇਹਨੂੰ ਭਾਵਨਾ ਦੇ ਤਲ ਤੇ ਜਾ ਕੇ, ਇਹਨੂੰ ਅੰਦਰ ਦੀ ਮਹਿਸੂਸਤਾ ਦੇ ਤਲ ਤੇ ਜਾ ਕਰਕੇ ਇਹਨੂੰ ਮਹਿਸੂਸ ਕਰਕੇ ਦੇਖੋ, ਇਹਨੂੰ ਮਾਣ ਕੇ ਦੇਖੋ, ਤੁਹਾਨੂੰ ਪਤਾ ਲੱਗੇਗਾ ਉਹ ਪਰਮੇਸ਼ਰ ਦੀਆਂ ਬਣਾਈਆਂ ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਉਹਦੇ ਹੁਕਮ 'ਚ ਖੇਡਦੀਆਂ ਹਨ। ਮਹੱਲਾ ਪਹਿਲਾ। ਵਾਇਨ ਚੇਲੇ ਨੱਚਨ ਗੁਰ, ਕੈਸਾ ਘੋਰ ਕਲਯੁਗ ਆ ਗਿਆ। ਵਾਇਨ ਵਜਾਉਂਦੇ ਹਨ, ਚੇਲੇ ਜਿਹੜੇ ਉਹ ਸਾਜ਼ ਵਜਾਉਂਦੇ ਨੇ, ਤੇ ਨੱਚਣ ਗੁਰ, ਰਾਸ ਪੈਂਦੀ, ਉਹਦੇ 'ਚ ਕ੍ਰਿਸ਼ਨ ਨੱਚ ਰਿਹਾ ਜੋ ਗੁਰੂ ਕਿਹਾ ਜਾ ਸਕਦਾ ਉਹਨਾਂ ਦਾ, ਤੇ ਚੇਲੇ ਜਿਹੜੇ ਨੇ ਉਹ ਮਗਰ ਢੋਲਕੀਆਂ, ਚਿਮਟੇ, ਛੈਣੇ ਆਦਿਕ ਸਾਜ਼ ਜਿਹੜੇ ਉਹ ਵਜਾ ਰਹੇ ਨੇ। ਸੋ ਇਹੀ ਹਾਲ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਦਾ ਭਾਈ ਗੁਰਦਾਸ ਜੀ ਨੇ ਜਦੋਂ ਬਿਆਨ ਕੀਤਾ ਹੈ
चेले साज वजाएं दे गुर उठ घरी ते नाड़े जाई। कि संसार की हालत जिहड़ी वो ऐसी हो चुकी है। तो इत्थे भी साहब कहंदे तुसीं की रास पा रहे हो, जिस भगवान नूं तुसीं कहंदे हो साडा उद्धार करना है, उहदा रूप धारण करके भगवान नचदा पिया ते तुसीं ढोलकियां वजाउंदे पए हो। चेले साज वजाएं दे, सो इत्थे भी साहब कहंदे वायन चेले नचन गुर, पैर हिलाएन फेरन सिर। ते जदों नृत करदे ने, जदों नचदे ने, पैरां नूं हिलाउंदे ने, फिर सिर नूं पुआटनियां दे दे के सिर नूं घुमाउंदे ने। मैं पिछे भी जिक्र कीता सी, जदों नृत कीता जांदा है ना, उस नृत दे विच शरीर दा एक एक अंग जिहड़ा है वो ताल दे नाल मिल करके चलदा है। नृतकारां नूं कदी देखियो जिहड़े नृत करदे, ਉਹ ਆਪਣੀਆਂ ਅੱਖਾਂ ਤੋਂ ਲੈ ਕਰਕੇ ਇੰਜ ਕਹਿ ਦਈਏ ਪੈਰ ਦੇ ਨਹੁੰ ਤੋਂ ਲੈ ਕਰਕੇ ਆਪਣੇ ਸਿਰ ਦੀ ਚੋਟੀ ਤੱਕ ਸਰੀਰ ਦਾ ਇੱਕ ਇੱਕ ਅੰਗ ਜਿਹੜਾ ਉਹ ਸੰਗੀਤ ਦੀ ਲੈ ਦੇ ਮੁਤਾਬਕ, ਸੰਗੀਤ ਦੀ ਸਪੀਡ ਦੇ ਮੁਤਾਬਕ, ਉਸ ਤਾਲ ਦੇ ਮੁਤਾਬਕ, ਜਿਹੜਾ ਵੀ ਤਾਲ ਚੱਲ ਰਿਹਾ ਉਸ ਤਾਲ ਦੀ ਥਾਪ ਦੇ ਮੁਤਾਬਕ, ਇੱਕ ਇੱਕ ਸਮ ਖਾਲੀ ਦੇ ਮੁਤਾਬਕ ਆਪਣੇ ਸਰੀਰ ਦੀ ਹਲਚਲ ਜਿਹੜੀ ਸਰੀਰ ਦੀ ਹਰਕਤ ਕਰਦੇ ਨੇ। ਉਹਨਾਂ ਦੇ ਪੈਰ ਦਾ ਜ਼ਮੀਨ ਤੇ ਵੱਜਣਾ ਉਹ ਵੀ ਸਮ ਵਿੱਚ ਹੈ, ਉਹਨਾਂ ਦੇ ਹੱਥ ਦਾ ਘੁੰਮਣਾ ਸਮ ਵਿੱਚ ਹੈ, ਸਰੀਰ ਤੇ ਪੈਨੇ ਗਹਿਣਿਆਂ ਦਾ ਛਣਕਣਾ ਵੀ ਸਮ ਦੇ ਵਿੱਚ ਹੈ, ਉਹਨਾਂ ਦੀ ਆਵਾਜ਼ ਵੀ ਕਿਸੇ ਤਾਲ ਦੇ ਵਿੱਚ ਹੈ। ਤਾਂ ਸਾਹਿਬ ਕਹਿੰਦੇ ਪੈਰਾਂ ਨੂੰ ਹਿਲਾਉਂਦੇ ਨੇ, ਸਿਰ ਨੂੰ ਫੇਰਦੇ ਹਨ, ਉੱਡ ਉੱਡ ਰਾਵਾ ਝਾਟੈ ਪਾਏ। ਫਿਰ ਜਦੋਂ ਨੱਚਦੇ ਨੇ ਤਾਂ ਉੱਡ ਉੱਡ ਉਹਨਾਂ ਦੇ ਕੱਪੜਿਆਂ ਦੀ ਵੱਜੀ ਹੋਈ ਹਵਾ ਦੇ ਨਾਲ ਰਾਵਾ ਧੂੜੀ ਜਿਹੜੀ ਉੱਡਦੀ ਹੈ। ਫਿਰ ਕਿਉਂਕਿ बेशक स्टेजां दे उत्ते एक खेड जिहड़ी वो खेडी जाती सी, पर यह भी झूठ नहीं, कई दफ़ा बाज़ारां दे विच भी, पिछले सलोकां च भी साहब ने कहा बाजारी बाजार, मैं आए कड्डा है बाजार। बाजार दे विच भी जिवें एक मदारी तुसीं वेखोगे वो कई बार बाजार च जिथे उहनूं थोड़ी जी खाली जगह मिलती है उत्थे ही अपना डमरू जिहा खड़काउंदा है, ते मेरे वर्गे कई वेले जिहड़े ने उत्थे उहदे इर्द गिर्द घेरा बना लैंदे ने, उत्ते वो मदारी जिहड़ा तमाशा करन लग जांदा है। इसे तरह कुछ जादूगर वो भी इंज ही करते हैं, हुंदी हथ की सफाई, उन्हां भी एक थां ते खड़ के उच्ची उच्ची रौला पाउण लग जाना, बोलन लग जाना। पहला एक रुकदा है वेख के, दूजा रुकदा है, तीजा रुकदा, मेरे वर्गे कई वेले जिहड़े ने उत्थे फिर आ इकट्ठे हुंदे ने। इसे तरह रास धारीए भी पिंडां दे विच जा के खुले ग्राउंड दे विच रास पाउंदे सी, जां राहां दे विच किते खुली जगह कच्चे राह दे उत्ते मिलनी, उत्थे रास पा देनी, ते उत्थे फिर सुभाविक मिट्टी हुंदी सी सारे पासे। तो जदों हवा चलनी, एक तो लोगों ने जदों तुरना, लोगों के पैरों के नाल मिट्टी उडनी, फिर जो उन्होंने तन के उत्ते कपड़े पहने हुंदे सी, इस्त्रियां ने घग्गरे पहने हुंदे सी, वो जदों घुमदियां सन उहदे नाल हवा वजनी, जमीन तो मिट्टी उडनी। हुण उड्डी हुई मिट्टी जिहड़ी है वो तो आकाश वल नूं जांदी है, उस तो बाद फिर जमीन ते वापस आउंदी है। सो जदों उडदी है तो उदों सारे इस तन नूं गंदा करदी, सिर दे विच पैंदी है, जदों उपरों थल्ले नूं डिगदी। तां सब कहंदे उड उड रावा झाटै पाए। झाटे दे विच पुराना शब्द जिहड़ा है ना, आपां जदों कोई अपने केसां दी संभाल ना करे ते आपां उहदे लई एक शब्द वरतदे हुंदे आ भी झाटा। ये तां वरतिया जांदा है क्योंकि जदों बड़े अदब सत्कार नाल शब्द कहीए तां गुरु की भाषा विच शब्द केस, आम संसारी भाषा च आपां वाल कह दिंदे आ भी भाई तेरे वाल सोहणे ने, तेरे वाल लंबे ने, तेरे वाल इस तरह दे ने। पर जदों कोई इन्हां केसां दी संभाल ना करे, जिस तरह भाई गुरदास जी कहंदे बिन तेल मेले जैसे केस हूँ भयान है, कि तेल ना लगा होवे ते केस बड़ा भयानक रूप धारण करी बैठे हुंदे ने। तो इस तरह जदों किसी ने अपने सिर अपने केसां दा हाल कीता होवे, जां कवां संसारी शब्द च वालां दा हाल कीता होवे, ਉਹਨੂੰ ਆਪਾਂ एक शब्द पिंडां दे विच गुस्से विच कहने हुंदे भी झाटा जिहड़ा इहनूं बन ला, झाटा जिहड़ा इहनूं संभाल ला। तुहानूं पता होएगा पिंडां 'च थोड़ा जिहा गुस्से 'च आपां शब्द कह दिंदे। तां साहब कहंदे इन्हां केसां दे विच मिट्टी पै पै के ये सोहणा जिहड़ा सिर वाहिया गया सी ना, सोहणीਆਂ मीढियां कीतीਆਂ गईਆਂ सी, ਉਹ वाल मीढियां 'चोਂ बाहर आए पए ने, केस जिहड़े ਉਹ खिलरे पए ने, इस करके झाटा शब्द किया। तां साहब कहंदे उड उड के हवा जे आ मिट्टी जिहड़ी है ਉਹ झाटे दे विच पैंदी है, जिहदे नाल की हुंदा है वेखै लोक हसै कर जाए। कुछ लोग तो उत्थे ही हसदे ने, हसदियां हसदियां घर नूं तुर पैंदे भी की कुछ करदा पिया, ना इहदे कोल कोई हार शिंगार बहुता, देखो मिट्टी नाल इहदा की बनिया पिया।
कुछ लोग इस पक्ष तो हसदे ने, कुछ नाटक उस नृत्य नूं देख के बड़े खुश हुंदे ने, क्योंकि जिन्नू चंगा लग गया उन्होंने तो जिवें बैठे नूं उत्थे जन्नत मिल गई, बैठे नूं स्वर्ग मिल गया। सो कुछ लोग उस आनंद नूं, उस रस नूं लै करके बड़े खुश हो के घरां नूं तुरदे ने। कुछ उन्हां दे सिर 'च पई हुई मिट्टी दा मखौल उडाउंदिआं घर नूं तुर पैंदे। सो इंज साहिब कहिंदे वेखै लोक, लोक वेंदे ने सारा कुछ ते फिर हसदे होए घरां नूं तुर पैंदे, पर जिहड़े रास पाउण वाले ने उन्हां दा की हाल है? रोटियां कारण पूरहि ताल। सिर्फ रोटियां दे वास्ते सारा कुछ कीता जा रिहा है। ना तो जिहड़ा रास पाउण वाला है, जिहड़ा कृष्ण दा रूप धारण करके उहदियां लीला वखियाण कर रिहा, वर्णन कर रिहा तन दे द्वारा, ना तो उहदे अंदर कोई भाव भावनी है। वो भी केवल अपनी रोटी का जरिया बना के बैठा है। क्योंकि तुसीं देखिया होएगा शायद इधर एक बहुरूपीआ जिहड़ा है वो एक शहर दे विच रोज़ाना भेख धारण करके आउंदा है। कई बार असीं आम ही वेने बाज़ारां दे विच, अज वो पुलिस वाले का रूप धारण करके आया, कल नूं वकील बन के आएगा, परसों डॉक्टर बन के आएगा, चौथे किसी संत के कपड़े पा आएगा। इंजो रोज़ नवे नवे रूप धारण करके आएगा। आखिर जे उन्हें 10 दिन 15 दिन उत्थे रहना है, वो इस तरह करके सब तो अखीरले दिन वो अपने असली रूप दे विच आएगा, साध मुरादे जे कपड़े पा के। ते उन्हें लगातार 15 दिन जिस बाजार दे विच फिर के अपने वख-वख रूप विखाए हुंदे ने, फिर उन्हां तो माया पैसा इकट्ठा करदा है भी मैं इन्ने दिन तुहानूं कृष्ण बन के विखाया, तुहानूं पुलिस वाले दा रोल करके विखाया, वकील दा रोल, डॉक्टर दा रोल करके विखाया, पर मेरा असली रूप जिहड़ा वो आ वा। ते फिर लोग उन्होंने पैसे देंदे ने। वो जो कुछ कर रहा हुंदा सिर्फ माया की खातर, जादूगर मदारी ये सारे माया की खातर कर रहे। तो साहब कहते इन्हां दी गल छड्डो, दुनिया धर्म ते धर्म के कर्म जिहड़े ने वो भी केवल रोटियां कारण पूरह ताल है। वो निरत करन वालियां नूं कहंदे तुसीं जिहड़ा ताल भी पूरदे पए हो ना, सम ते सम दिंदे हो, इहदे च तुहाडी कोई भगती नहीं है, तुहाडा कोई प्रेम नहीं है, तुसीं केवल रोटी की खातर ये सारा कुछ कर रहे हो। ते सच ये है अज दी दुनिया अंदर भावें कोई भी मजहब है, कोई भी धर्म है, एक धर्म की गल नहीं, कोई भी दुनिया का धर्म है, जे उस धर्म के प्रचारक, उस धर्म के उपदेशक, उस धर्म का बाणा पहरावा पहनण वाले केवल जीवन के अंदर एक शब्द कहिंदे भी मेरी रोजी रोटी चलदी इहदे नाल, जां मैं तां सिर्फ घर का गुजारा करन वास्ते इस लाइन दे विच आया, ते साहब कहिंदे सिर्फ रोटियां कारण पूरे ताल, ये जिंदगी दे रूपी ताल, समा रूपी ताल जिहड़ा वो अपनियां रोटियां की पूर्ति वास्ते करते हैं, भाव भावना अंदर कुछ नहीं है। इंज साहब जी कहते रोटियां कारण पूरा ताल, सिर्फ रोटियां दे वास्ते ये सारा कुछ किया जा रहा है, जिस करके आप पछाड़े धरती नाल, अपने आप नूं धरती दे नाल पटकदे ने, पछाड़ते ने। जिवें पिछे भी साहब ने जिक्र किया, धरती दे उत्ते नचदे पुहाटनियां लैंदे ने, गिड़ मुड़ पूरह ताल। सो इत्थे भी साहब कहते आप पछाड़ै, अपने आप नूं वार वार पछाड़दे, अगांह पिछां करदे, ताल दे नाल ताल मिलाउंदे, फिर धरती नाल, धरती दे उत्ते लेट के भी इस तरह अपनी खेड करदे ने, धरती उत्ते लम्मे भी पैंदे ने, धरती दे नाल नाल चलदे भी ने, भाव धरती दे अनुसार पुहाटियां लैंदे ने, धरती दे अनुसार घुमदे हन, धरती दे अनुसार समय दे अनुसार अपना निरत करदे ने। इंज साहब कहंदे सारे जिहड़े हन वो निरत कर रहे हैं, पर इस निरत के अंदर साहब कहते सच्चाई ये है कि केवल अपने तन अपने उदर की पूर्ति है, ये धर्म कोई नहीं है। वाहिगुरु जी का खालसा, वाहिगुरु जी की फतेह। सो गुरु रूप साध संगत जी, अकाल पुरख परमेश्वर की कृपा के सदका अते संगत टीवी के सहयोग के नाल धन गुरु नानक देव महाराज जी की पावन बाणी श्री आसा की वार जी की लड़ीवार कथा संगत टीवी के उपर। सो आप संगत नूं बेनती है कि घरां दे विच बैठ करके आसा की वार की पावन लड़ीवार कथा सरवण करके लाहे प्राप्त करिए। वाहिगुरु जी का खालसा, वाहिगुरु जी की फतेह।